ਜਗੀਰ ਕੌਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਕਪੂਰਥਲਾ ਦੇ ਵਿੱਚ ਅਕਾਲੀ ਆਗੂ ਜਗੀਰ ਕੌਰ ਦੇ ਘਰ ਜਾ ਰਹੇ ਨੇ। ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਦੇ ਘਰ ਜਾ ਰਹੇ ਨੇ। ਬੀਬੀ ਨੇ ਐਸਜੀਪੀਸੀ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਕਈ ਸਾਰੇ ਬਿਆਨ ਉਹਨਾਂ ਦੇ ਆ ਚੁੱਕੇ ਨੇ, ਬਾਗੀ ਤੇਵਰ ਦਿਖਾ ਚੁੱਕੇ ਨੇ। ਬੀਬੀ ਜਗੀਰ ਕੌਰ ਲਿਫਾਫੇ ਚੋਂ ਪ੍ਰਧਾਨ ਨਿਕਲਣ ਦੀਆਂ ਗੱਲਾਂ ਵੀ ਕਰ ਚੁੱਕੇ ਨੇ। ਕਹਿ ਰਹੇ ਨੇ ਕਿ ਲੋਕਾਂ ਦੇ ਵਿੱਚ ਇਹ ਚਰਚਾ ਹੈ, ਲੋਕਾਂ ਦੇ ਮਨਾਂ 'ਚ ਇਹ ਚੀਜ਼ ਵਸੀ ਹੋਈ ਹੈ, ਇਸ ਨੂੰ ਕੱਢਣ ਦੀ ਲੋੜ ਹੈ। ਇਸ ਵਾਰ ਐਵੇਂ ਨਾ ਹੋਵੇ। ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ 4 ਵਾਰ ਮੈਂ ਪ੍ਰਧਾਨ ਬਣੀ ਆ ਤੇ ਮੈਨੂੰ ਵੀ ਮੌਕੇ ਤੇ ਹੀ ਪਤਾ ਲੱਗਦਾ ਸੀ। ਮੈਂਬਰ ਆਪਣੀ ਰਾਏ ਜ਼ਰੂਰ ਰੱਖਦੇ ਸੀ, ਲੇਕਿਨ ਉਹਨਾਂ ਤੋਂ ਅਧਿਕਾਰ ਲੈ ਲਏ ਜਾਂਦੇ ਸੀ। ਬੀਬੀ ਜਗੀਰ ਕੌਰ ਦੇ ਬਿਆਨ ਆ ਚੁੱਕੇ ਨੇ ਤੇ ਹੁਣ ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕਵਾਇਦ ਤੇਜ਼ ਹੋ ਚੁੱਕੀ ਹੈ। ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਦੇ ਘਰ ਜਾ ਰਹੇ ਨੇ। ਕਪੂਰਥਲਾ ਦੇ ਵਿੱਚ ਬੀਬੀ ਜਗੀਰ ਕੌਰ ਦੇ ਘਰ ਜਾ ਰਹੇ ਨੇ। ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕਵਾਇਦ ਇਸ ਵੇਲੇ ਤੇਜ਼ ਹੋ ਚੁੱਕੀ ਹੈ। ਬੀਬੀ ਜਗੀਰ ਕੌਰ ਐਸਜੀਪੀਸੀ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ। ਬਜ਼ਿੱਦ ਨੇ ਚੋਣ ਲੜਨ ਦੇ ਉੱਤੇ। ਐਸਜੀਪੀਸੀ ਪ੍ਰਧਾਨ ਨੂੰ ਲੈ ਕੇ ਵਿਵਾਦ ਜ਼ਰੂਰ ਅਕਾਲੀ ਦਲ ਦੇ ਵਿੱਚ ਨਜ਼ਰ ਆ ਰਿਹਾ ਹੈ। ਬੀਬੀ ਜਗੀਰ ਕੌਰ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਚੁੱਕੇ ਨੇ। ਨਿਊਜ਼ 18 ਤੇ ਵੀ ਉਹਨਾਂ ਦੇ ਵੱਲੋਂ ਇਹ ਗੱਲਾਂ ਰੱਖੀਆਂ ਗਈਆਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ਾਂ ਵਸੀਆਂ ਹੋਈਆਂ ਨੇ। ਇਹ ਚਰਚਾ ਹੈ ਲੋਕਾਂ ਦੇ ਵਿੱਚ ਕਿ ਲਿਫਾਫੇ ਚੋਂ ਪ੍ਰਧਾਨ ਨਿਕਲਦਾ ਹੈ। ਐਸਜੀਪੀਸੀ ਮੈਂਬਰਾਂ ਦੀ ਰਾਏ ਇਸ ਤੇ ਹੋਣੀ ਚਾਹੀਦੀ ਹੈ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੈਂ 4 ਵਾਰ ਪ੍ਰਧਾਨ ਬਣੀ, ਮੈਨੂੰ ਵੀ ਮੌਕੇ ਤੇ ਹੀ ਪਤਾ ਲੱਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਇਹ ਕਲਚਰ ਬੰਦ ਹੋਣਾ ਚਾਹੀਦਾ ਹੈ, ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਤੇ ਹੁਣ ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਦੇ ਘਰ ਜਾ ਰਹੇ ਨੇ। ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਬੀਬੀ ਜਗੀਰ ਕੌਰ ਦੇ ਵੱਲੋਂ ਕਈ ਤਰ੍ਹਾਂ ਦੇ ਬਿਆਨ ਇਸ ਤੋਂ ਪਹਿਲਾਂ ਆ ਚੁੱਕੇ ਨੇ। ਐਸਜੀਪੀਸੀ ਪ੍ਰਧਾਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਗੁਰਦੁਆਰਿਆਂ ਦੀ ਸੇਵਾ ਕਰਨੀ ਚਾਹੁੰਦੀ ਹਾਂ, ਗੁਰੂ ਘਰਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਹ ਮੌਕਾ ਫਿਰ ਤੋਂ ਮਿਲੇ। ਅਕਾਲੀ ਦਲ ਦੇ ਪ੍ਰਧਾਨ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ, ਗੱਲ ਉਹਨਾਂ ਦੇ ਕੋਲ ਰੱਖੀ ਹੈ। ਕਈ ਸਾਰੇ ਬਿਆਨ ਆ ਚੁੱਕੇ ਨੇ। ਇਸ ਵਿਚਾਲੇ ਹੁਣ ਮਨਾਉਣ ਦੀ ਕੋਸ਼ਿਸ਼ ਤੇਜ਼ ਹੋ ਚੁੱਕੀ ਹੈ। ਵਿਨੇਸ਼ ਕਟਾਰੀਆ ਸਾਡੇ ਸਹਿਯੋਗੀ ਜੁੜੇ ਨੇ। ਵਿਨੇਸ਼, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ? ਅਰਸ਼ਦੀਪ, ਅੱਜ 4 ਵਜੇ ਦੇ ਕਰੀਬ ਜਿਹੜਾ ਕਿ ਬੀਬੀ ਜਗੀਰ ਕੌਰ ਦੇ ਕਪੂਰਥਲੇ ਜ਼ਿਲ੍ਹੇ ਵਿੱਚ ਉਹਨਾਂ ਦਾ ਜਿਹੜਾ ਡੇਰਾ ਹੈ ਬੇਗੋਵਾਲ ਵਿੱਚ, ਉੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰਖੜਾ ਇਹ ਦੋਨੋਂ ਜਾ ਰਹੇ ਹੈ ਤੇ ਬਕਾਇਦਾ ਇਸ ਸੰਬੰਧੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੁਸ਼ਟੀ ਵੀ ਕੀਤੀ ਹੈ। ਹੁਣ ਤੋਂ ਥੋੜੀ ਦੇਰ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਉਹ ਸਾਡੇ ਸੀਨੀਅਰ ਆਗੂ ਹੈ ਤੇ ਜਿਸ ਤਰੀਕੇ ਦੀਆਂ ਉਹਨਾਂ ਵੱਲੋਂ ਸਟੇਟਮੈਂਟ ਆਈਆਂ ਉਸ ਸੰਦਰਭ ਵਿੱਚ ਜਾ ਰਹੇ ਹੈ, ਕਿਉਂਕਿ ਜਿਹੜੀਆਂ ਐਸਜੀਪੀਸੀ ਦੀਆਂ ਚੋਣਾਂ ਹੁਣ ਆਪਾਂ ਜਾਣਦੇ ਕਿ ਉਹਨਾਂ ਵਿੱਚ ਸਿਰਫ 8-9 ਦਿਨ ਦਾ ਸਮਾਂ ਬਾਕੀ ਹੈ। 9 ਨਵੰਬਰ ਨੂੰ ਚੋਣਾਂ ਹੋਣੀਆਂ ਤੇ ਬੀਬੀ ਜਗੀਰ ਕੌਰ ਪਹਿਲਾਂ ਹੀ ਐਲਾਨ ਕਰ ਚੁੱਕੇ ਹੈ ਵੀ ਅਕਾਲੀ ਦਲ ਪਹਿਲਾਂ ਹੀ ਕਾਫੀ ਕਮਜ਼ੋਰ ਸਥਿਤੀ ਵਿੱਚ ਹੈ ਤੇ ਉਸ ਨੂੰ ਲੈ ਕੇ ਕੋਈ ਹੋਰ ਵੀ ਬਹੁਤ ਤਕੜਾ ਜਿਹੜਾ ਅਕਾਲੀ ਦਲ ਵਿੱਚ ਬਗਾਵਤ ਨਾ ਹੋਵੇ, ਉਸ ਨੂੰ ਮੌਕੇ ਤੇ ਜਾ ਕੇ ਠੱਲ ਪਾਈ ਜਾਵੇ, ਇਸ ਸੰਬੰਧੀ ਬਕਾਇਦਾ ਜਾ ਰਿਹਾ। ਤੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀਗਾ ਕਿ ਬੀਬੀ ਜਗੀਰ ਕੌਰ ਬਹੁਤ ਸੀਨੀਅਰ ਆਗੂ ਰਹੇ ਆ, ਐਸਜੀਪੀਸੀ ਦੇ ਵੀ ਕਈ ਵਾਰੀ ਪ੍ਰਧਾਨ ਰਹਿ ਚੁੱਕੇ ਹੈ ਤੇ ਅਕਾਲੀ ਦਲ ਨੂੰ ਵੀ ਵੱਖ-ਵੱਖ ਥਾਵਾਂ ਤੇ ਰਿਪਰੈਜ਼ੈਂਟ ਕਰਦੇ ਰਹੇ ਹੈ। ਇਸ ਕਰਕੇ ਉਹਨਾਂ ਦਾ ਕੋਈ ਵੀ ਜਿਹੜਾ ਵੀ ਗਿਲਾ ਗੁੱਸਾ ਹੈਗਾ ਜਾਂ ਜੋ ਵੀ ਉਹਨਾਂ ਦੀਆਂ ਕੁਐਰੀਜ਼ ਹੈਗੀਆਂ ਉਸ ਸੰਬੰਧੀ ਅੱਜ ਉਹਨਾਂ ਨੂੰ ਮਿਲਣਗੇ ਤੇ ਬਹਿ ਕੇ ਗੱਲਬਾਤ ਕਰਨਗੇ। ਤੇ ਜਿਹੜੇ ਗਿਲੇ ਨੇ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਅਕਾਲੀ ਦਲ ਦੇ ਵੱਲੋਂ ਕੀਤੀ ਜਾਣੀ ਹੈ। ਵਿਨੇਸ਼, ਲੇਕਿਨ ਵਾਰ-ਵਾਰ ਇਹ ਬਿਆਨ ਬੀਬੀ ਜਗੀਰ ਕੌਰ ਦੇ ਵੱਲੋਂ ਆਏ ਨੇ, ਖਾਸ ਕਰਕੇ ਲਿਫਾਫਾ ਕਲਚਰ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਮਨਾਂ 'ਚ ਇਹ ਚੀਜ਼ਾਂ ਵਸੀਆਂ ਹੋਈਆਂ ਨੇ ਤੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਅਕਾਲੀ ਦਲ ਦੇ ਪ੍ਰਧਾਨ ਨੂੰ ਕਿ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਨਾ ਵਾਪਰਨ, ਇਹ ਕਲਚਰ ਜਿਹੜਾ ਹੈ ਉਹ ਟੁੱਟਣਾ ਚਾਹੀਦਾ ਹੈ। ਤਾਂ ਇਹਨਾਂ ਬਿਆਨਾਂ ਨੂੰ ਅਕਾਲੀ ਦਲ ਕਿਵੇਂ ਵੇਖ ਰਿਹਾ? ਕਿਉਂਕਿ ਅਕਾਲੀ ਦਲ ਦੇ ਵਿੱਚੋਂ ਬੀਬੀ ਜਗੀਰ ਕੌਰ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ, ਲੇਕਿਨ ਬੀਬੀ ਜਗੀਰ ਕੌਰ ਇੱਥੋਂ ਤੱਕ ਕਹਿ ਚੁੱਕੇ ਨੇ ਕਿ ਮੈਂ ਵੀ 4 ਵਾਰ ਪ੍ਰਧਾਨ ਬਣੀ ਆ, ਮੈਨੂੰ ਵੀ ਮੌਕੇ ਤੇ ਹੀ ਪਤਾ ਲੱਗਦਾ ਸੀ। ਅਰਸ਼ਦੀਪ, ਇਹ ਸੁਭਾਵਿਕ ਹੈ ਜਿਹੜਾ ਲਿਫਾਫਾ ਕਲਚਰ ਹੈ ਇਹ ਬੀਬੀ ਜਗੀਰ ਕੌਰ ਤੋਂ ਇਲਾਵਾ ਜਿਹੜੀ ਪੰਜਾਬ ਦੀ ਜਾਂ ਐਸਜੀਪੀਸੀ ਨਾਲ ਜੁੜੀ ਹੋਈ ਸਿੱਖ ਸੰਗਤ ਹੈ ਉਹਨਾਂ ਦੇ ਮਨ ਵਿੱਚ ਵੀ ਇਸ ਨੂੰ ਲੈ ਕੇ ਬੜੇ ਸੰਦੇਹ ਸੀਗੇ ਕਿ ਜਿਹੜਾ ਪ੍ਰਧਾਨ ਦੀ ਚੋਣ ਹੁੰਦੀ ਹੈ ਉਹ ਲਿਫਾਫਾ ਕਲਚਰ ਦੇ ਰਾਹੀਂ ਨਾ ਹੋਵੇ ਤੇ ਇਸ ਨੂੰ ਲੈ ਕੇ ਕਾਫੀ ਜਿਹੜੀ ਹੈ ਅਕਾਲੀ ਦਲ ਹੋਵੇ ਐਸਜੀਪੀਸੀ ਹੋਵੇ ਉਹਨਾਂ ਨੂੰ ਠੇਸ ਵੀ ਲੱਗੀ ਹੈ, ਉਹਨਾਂ ਦੀ ਕ੍ਰੈਡੀਬਿਲਿਟੀ ਤੇ ਕਾਫੀ ਸਵਾਲ ਉੱਠਦੇ ਰਹੇ ਹੈ। ਤੇ ਹੁਣ ਜਦੋਂ ਬਕਾਇਦਾ ਜਿਹੜੇ ਬੀਬੀ ਜਗੀਰ ਕੌਰ ਹੈ ਜਿਹੜੇ ਕਿ ਐਸਜੀਪੀਸੀ ਦੇ ਕਈ ਵਾਰ ਪ੍ਰਧਾਨ ਰਹਿ ਚੁੱਕੇ ਹੈ, ਉਸ ਟਾਈਪ ਦੇ ਆਗੂ ਸੀਨੀਅਰ ਆਗੂ ਜਿਹੜੇ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹੈ, ਉਹ ਇਸ ਟਾਈਪ ਦੇ ਸਵਾਲ ਚੱਕ ਰਹੇ ਆ ਤਾਂ ਸੁਭਾਵਿਕ ਆ ਵੀ ਅਕਾਲੀ ਦਲ ਵਿੱਚ ਇਸ ਨੂੰ ਲੈ ਕੇ ਜਿਹੜੀ ਹੈ ਤਰਥੱਲੀ ਮਚਣੀ ਸੁਭਾਵਿਕ ਸੀਗੀ। ਤੇ ਸ਼ਾਇਦ ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਬਜਾਏ ਆਪਦੇ 2 ਜਿਹੜੇ ਸੀਨੀਅਰ ਮੋਸਟ ਮੈਂਬਰ ਹੈ ਜਨਰਲ ਸੈਕਟਰੀ ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰਖੜਾ, ਉਹਨਾਂ ਨੂੰ ਬਕਾਇਦਾ ਭੇਜਿਆ ਵੀ ਤੁਸੀਂ 1 on 1 ਬਹਿ ਕੇ
ਬੀਬੀ ਜਗੀਰ ਕੌਰ ਨਾਲ ਗੱਲਬਾਤ ਕਰੋ, ਉਹਨਾਂ ਦੇ ਜਿਹੜੇ ਗਿਲੇ ਗੁੱਸੇ ਆ ਜਾਂ ਜੋ ਵੀ ਉਹਨਾਂ ਦੀਆਂ ਸਵਾਲ ਹੈਗੇ ਦਲ ਨੂੰ ਲੈ ਕੇ ਉਹ ਜ਼ਰੂਰ ਪੁੱਛੋ ਤੇ ਫਿਰ ਅੱਗੇ ਪਾਰਟੀ ਹਾਈਕਮਾਨ ਤੱਕ ਪਹੁੰਚਾਓ। ਜੀ ਸ਼ੁਕਰੀਆ ਵਿਨੇਸ਼ ਪੂਰੀ ਜਾਣਕਾਰੀ ਦੇ ਲਈ। ਤਾਂ ਬਿਲਕੁਲ ਸਵਾਲ ਉਦੋਂ ਵੱਡੇ ਹੋ ਜਾਂਦੇ ਨੇ, ਉਦੋਂ ਜ਼ਿਆਦਾ ਗੰਭੀਰ ਸਥਿਤੀ ਬਣ ਜਾਂਦੀ ਹੈ ਜਦੋਂ ਉਹ ਸ਼ਖਸ ਖੁਦ ਸਵਾਲ ਚੁੱਕ ਰਿਹਾ ਹੋਵੇ ਜੋ ਖੁਦ ਪ੍ਰਧਾਨ ਰਹਿ ਚੁੱਕੇ ਨੇ। 4 ਵਾਰ ਬੀਬੀ ਜਗੀਰ ਕੌਰ ਪ੍ਰਧਾਨ ਰਹਿ ਚੁੱਕੇ ਨੇ ਐਸਜੀਪੀਸੀ ਦੇ ਤੇ ਹੁਣ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ, ਸਵਾਲ ਖੜੇ ਕੀਤੇ ਗਏ ਨੇ ਇਸ ਪ੍ਰੋਸੈਸ ਨੂੰ ਲੈ ਕੇ ਕਿ ਐਸਜੀਪੀਸੀ ਪ੍ਰਧਾਨ ਚੁਣਿਆ ਕਿਵੇਂ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਮਨਾਂ 'ਚ ਇਹ ਚੀਜ਼ਾਂ ਵਸ ਚੁੱਕੀਆਂ ਨੇ ਕਿ ਲਿਫਾਫੇ ਜੋ ਪ੍ਰਧਾਨ ਨਿਕਲਦਾ ਹੈ ਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੈਂ 4 ਵਾਰ ਪ੍ਰਧਾਨ ਰਹੀ ਹਾਂ ਤੇ ਮੈਨੂੰ ਵੀ ਮੌਕੇ ਤੇ ਹੀ ਪਤਾ ਲੱਗਦਾ ਸੀ ਇਹ ਚੀਜ਼ਾਂ ਟੁੱਟਣੀਆਂ ਚਾਹੀਦੀਆਂ ਨੇ। ਤਾਂ ਅੱਜ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੋਏਗੀ। ਬੀਬੀ ਜਗੀਰ ਕੌਰ ਦੇ ਨਾਲ ਮਿਲ ਕੇ ਸੀਨੀਅਰ ਅਕਾਲੀ ਆਗੂ ਉਹਨਾਂ ਦੇ ਨਾਲ ਗੱਲਬਾਤ ਕਰਨਗੇ, ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਬੀਬੀ ਜਗੀਰ ਕੌਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਅਕਾਲੀ ਦਲ ਦੇ ਵੱਲੋਂ ਇਸ ਵੇਲੇ ਸ਼ੁਰੂ ਹੋ ਚੁੱਕੀਆਂ ਨੇ। ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖੜਾ ਅੱਜ ਬੀਬੀ ਜਗੀਰ ਕੌਰ ਦੇ ਨਾਲ ਮੁਲਾਕਾਤ ਕਰਨਗੇ, ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਅਕਾਲੀ ਦਲ ਦੇ ਵਿੱਚੋਂ ਹੀ ਵੱਖੋ ਵੱਖਰੀਆਂ ਆਵਾਜ਼ਾਂ ਜਿਸ ਵੇਲੇ ਉੱਠ ਰਹੀਆਂ ਨੇ ਤੇ ਉੱਥੇ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਐਸਜੀਪੀਸੀ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਮਸਲਾ ਚੁੱਕਿਆ ਗਿਆ ਹੈ। ਐਸਜੀਪੀਸੀ ਪ੍ਰਧਾਨ ਦੀ ਚੋਣ ਲੜਨਾ ਚਾਹੁੰਦੇ ਨੇ ਬੀਬੀ ਜਗੀਰ ਕੌਰ, ਬਜ਼ਿੱਦ ਨੇ ਤੇ ਉਹਨਾਂ ਦੇ ਵੱਲੋਂ ਕਈ ਸਾਰੇ ਸਵਾਲ ਪ੍ਰੋਸੈਸ ਨੂੰ ਲੈ ਕੇ ਖੜੇ ਕੀਤੇ ਗਏ ਨੇ ਕਿ ਐਸਜੀਪੀਸੀ ਪ੍ਰਧਾਨ ਚੁਣਿਆ ਕਿਵੇਂ ਜਾਂਦਾ ਹੈ। ਤੇ ਉਦੋਂ ਇਹ ਚੀਜ਼ਾਂ ਵੱਡੀਆਂ ਹੋ ਜਾਂਦੀਆਂ ਨੇ ਜਦੋਂ ਇੱਕ ਖੁਦ ਜੋ ਸਾਬਕਾ ਪ੍ਰਧਾਨ ਰਹਿ ਚੁੱਕਿਆ ਹੋਵੇ ਉਸ ਦੇ ਵੱਲੋਂ ਇਹ ਸਵਾਲ ਖੜੇ ਕੀਤੇ ਜਾਂਦੇ। ਹੁਣ 4 ਵਾਰ ਬੀਬੀ ਜਗੀਰ ਕੌਰ ਪ੍ਰਧਾਨ ਰਹੇ ਨੇ ਐਸਜੀਪੀਸੀ ਦੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ 4 ਵਾਰ ਪ੍ਰਧਾਨ ਬਣੀ ਆ ਤੇ ਮੈਨੂੰ ਵੀ ਮੌਕੇ ਤੇ ਹੀ ਪਤਾ ਲੱਗਦਾ ਸੀ। ਰਾਏ ਜ਼ਰੂਰ ਮੈਂਬਰਾਂ ਦੀ ਲਈ ਜਾਂਦੀ ਸੀ ਲੇਕਿਨ ਫਿਰ ਉਹਨਾਂ ਤੋਂ ਅਧਿਕਾਰ ਲੈ ਲਏ ਜਾਂਦੇ ਸੀ। ਇੱਥੋਂ ਤੱਕ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਇਸ ਪ੍ਰੋਸੈਸ ਨੂੰ ਲੈ ਕੇ ਤੇ ਕਿਹਾ ਹੈ ਕਿ ਇਹ ਚੀਜ਼ਾਂ ਟੁੱਟਣੀਆਂ ਚਾਹੀਦੀਆਂ ਨੇ। ਦੁਬਾਰਾ ਉਹ ਚੋਣ ਲੜਨਾ ਚਾਹੁੰਦੇ ਨੇ, ਬਜ਼ਿੱਦ ਨੇ ਚੋਣ ਲੜਨ ਦੇ ਉੱਤੇ, ਲੇਕਿਨ ਕਈ ਸਾਰੇ ਸਵਾਲ ਜ਼ਰੂਰ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਖੜੇ ਕਰ ਦਿੱਤੇ ਨੇ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅੱਜ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਤੇ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਵਿਚਾਲੇ ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਤੇ ਵਾਰ ਕੀਤਾ ਹੈ। ਬਿਕਰਮ ਮਜੀਠੀਆ ਨੇ ਸਵਾਲ ਚੁੱਕੇ ਨੇ ਬੀਬੀ ਜਗੀਰ ਕੌਰ ਤੇ ਪੁੱਛਿਆ ਹੈ ਕਿ ਕੀ ਤੁਸੀਂ ਲਿਫਾਫੇ ਜ਼ਰੀਏ ਪ੍ਰਧਾਨ ਚੁਣੇ ਗਏ ਸੀ। ਇਹ ਸਵਾਲ ਕੀਤਾ ਹੈ ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਨੂੰ। ਉਹਨਾਂ ਨੇ ਕਿਹਾ ਕਿ ਮੈਂਬਰਾਂ ਦੀ ਸਹਿਮਤੀ ਦੇ ਨਾਲ ਐਸਜੀਪੀਸੀ ਪ੍ਰਧਾਨ ਦੀ ਚੋਣ ਹੁੰਦੀ ਹੈ। ਬੀਬੀ ਜਗੀਰ ਕੌਰ ਦੇ ਜੋ ਬਿਆਨ ਆਏ ਨੇ ਉਹਨਾਂ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਨੂੰ ਹੀ ਸਵਾਲ ਕੀਤਾ ਹੈ ਕਿ ਕੀ ਤੁਸੀਂ ਲਿਫਾਫੇ ਜ਼ਰੀਏ ਪ੍ਰਧਾਨ ਚੁਣੇ ਗਏ ਸੀ। ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਜੋ ਚੋਣਾਂ ਨੂੰ ਲੈ ਕੇ ਐਸਜੀਪੀਸੀ ਚੋਣਾਂ ਨੂੰ ਲੈ ਕੇ ਜੋ ਬਿਆਨ ਦਿੱਤੇ ਗਏ ਨੇ ਉਹਨਾਂ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਹੁਣ ਸਵਾਲ ਕੀਤਾ ਹੈ ਕਿ ਕੀ ਤੁਸੀਂ ਲਿਫਾਫੇ ਜ਼ਰੀਏ ਪ੍ਰਧਾਨ ਚੁਣੇ ਗਏ ਸੀ। ਬੀਬੀ ਜਗੀਰ ਕੌਰ ਨੇ ਇੱਥੋਂ ਤੱਕ ਕਿਹਾ ਹੈ ਕਿ 4 ਵਾਰੋਂ ਪ੍ਰਧਾਨ ਚੁਣੇ ਗਏ ਨੇ ਤੇ ਉਹਨਾਂ ਨੂੰ ਵੀ ਮੌਕੇ ਤੇ ਹੀ ਪਤਾ ਲੱਗਦਾ ਸੀ। ਆਖਰੀ ਸਮੇਂ ਤੇ ਆ ਕੇ ਲਿਫਾਫੇ ਚੋਂ ਪ੍ਰਧਾਨ ਕੱਢ ਲਿਆ ਜਾਂਦਾ ਹੈ। ਲੋਕਾਂ ਦੇ ਵਿੱਚ ਚਰਚਾ ਹੈ। ਬੀਬੀ ਜਗੀਰ ਕੌਰ ਨੇ ਸਵਾਲ ਖੜੇ ਕੀਤੇ ਸੀ ਜਿਨ੍ਹਾਂ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਨੂੰ ਹੀ ਅੱਗੋਂ ਪੁੱਛਿਆ ਹੈ ਕਿ ਕੀ ਤੁਸੀਂ ਲਿਫਾਫੇ ਜ਼ਰੀਏ ਪ੍ਰਧਾਨ ਚੁਣੇ ਗਏ ਸੀ। ਡਾਕਟਰ ਦਲਜੀਤ ਸਿੰਘ ਚੀਮਾ ਜੁੜੇ ਨੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ। ਡਾਕਟਰ ਚੀਮਾ ਸਵਾਗਤ ਹੈ ਜੀ ਨਿਊਜ਼ 18 ਪੰਜਾਬ ਤੇ। ਹਾਂਜੀ ਮਿਹਰਬਾਨੀ ਜੀ, ਮਿਹਰਬਾਨੀ ਜੀ। ਬੀਬੀ ਜਗੀਰ ਕੌਰ ਦੇ ਨਾਲ ਅੱਜ ਤੁਸੀਂ ਗੱਲਬਾਤ ਕਰਨ ਦੇ ਲਈ ਜਾ ਰਹੇ ਹੋ। ਨਹੀਂ, ਅਸੀਂ ਕੁਦਰਤੀ ਹੈ ਕਿ 9 ਤਰੀਕ ਨੂੰ ਇਲੈਕਸ਼ਨ ਹੈ, ਇਸ ਕਰਕੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਪਾਰਟੀ ਦੀ ਭਾਵਨਾ ਉਹ ਵੀ ਉਹਨਾਂ ਨਾਲ ਸਾਂਝੀ ਕਰਾਂਗੇ, ਜਿਹੜੀ ਉਹਨਾਂ ਦੀ ਭਾਵਨਾ ਉਹ ਵੀ ਸੁਣਾਂਗੇ। ਇਸ ਕਰਕੇ ਪਾਰਟੀ ਦੀ ਡਿਊਟੀ ਹੁੰਦੀ ਹੈ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਉਦੋਂ ਪਾਰਟੀ ਦੇ ਵਿੱਚ ਕੁਛ ਨਾ ਕੁਛ ਲੀਡਰ ਜਿਹੜੇ ਆ ਕੰਪੀਟੀਟਰ ਹੁੰਦੇ ਆ ਤੇ ਪਾਰਟੀ ਹਮੇਸ਼ਾ ਹੀ ਜਿਹੜੀ ਹੈ ਸਾਰਿਆਂ ਦੀ ਪਾਰਟੀ ਦੀ ਡਿਊਟੀ ਪਾਉਂਦੀ ਜੀ। ਅਸੀਂ ਮੈਂ ਔਰ ਸਰਦਾਰ ਸੁਰਜੀਤ ਸਿੰਘ ਜੀ ਰੱਖੜਾ ਸਾਹਿਬ ਅਸੀਂ 4 ਵਜੇ ਉਹਨਾਂ ਨੂੰ ਮਿਲਾਂਗੇ। ਲੇਕਿਨ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਕਿਹਾ ਕਿ ਕੰਪੀਟੀਟਿਵ ਹੁੰਦੇ ਨੇ ਕੁਝ ਲੋਕ ਪਾਰਟੀ ਦੇ ਵਿੱਚੋਂ ਹੀ ਜੋ ਚੋਣ ਲੜਨਾ ਵੀ ਚਾਹੁੰਦੇ ਨੇ ਲੇਕਿਨ ਪਾਰਟੀ ਦੀ ਆਪਣੀ ਰਾਏ ਉਸ ਨੂੰ ਲੈ ਕੇ ਹੁੰਦੀ ਹੈ। ਲੇਕਿਨ ਜਿਸ ਕਿਸਮ ਦੇ ਸਵਾਲ ਬੀਬੀ ਜਗੀਰ ਕੌਰ ਨੇ ਖੜੇ ਕੀਤੇ ਨੇ, ਉਹਨਾਂ ਨੇ ਕਿਹਾ ਕਿ ਮੈਂ ਵੀ 4 ਵਾਰ ਪ੍ਰਧਾਨ ਚੁਣੀ ਗਈ ਹਾਂ, ਮੈਨੂੰ ਵੀ ਆਖਰੀ ਮੌਕੇ ਤੇ ਹੀ ਪਤਾ ਲੱਗਦਾ ਸੀ। ਇਹਨਾਂ ਬਿਆਨਾਂ ਨੂੰ ਅਕਾਲੀ ਦਲ ਕਿਵੇਂ ਦੇਖ ਰਿਹਾ ਹੈ? ਨਹੀਂ, ਅਸੀਂ ਬੈਠਾਂਗੇ ਤੇ ਉਹਨਾਂ ਨਾਲ ਬੈਠ ਕੇ ਸਾਰੀ ਗੱਲ ਡਿਸਕਸ ਕਰਾਂਗੇ ਕਿਉਂਕਿ ਬੀਬੀ ਜੀ ਬੜੇ ਪੁਰਾਣੇ ਸਾਡੇ ਲੀਡਰ ਨੇ। ਆਪ 4 ਵਾਰੀ ਪ੍ਰਧਾਨ ਵੀ ਰਹੇ ਆ, ਐਮਐਲਏ ਵੀ ਰਹੇ ਆ, ਮਿਨਿਸਟਰ ਵੀ ਰਹੇ ਆ, ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਵੀ ਆ। ਇਸ ਕਰਕੇ ਉਹਨਾਂ ਨਾਲ ਬੈਠਾਂਗੇ, ਬੈਠ ਕੇ ਸਾਰੀ ਡਿਸਕਸ਼ਨ ਜਿਹੜੀ ਹੈ ਉਹ ਕਰਾਂਗੇ, ਜਿਹੜਾ ਉਹਨਾਂ ਦਾ ਵਿਊ ਪੁਆਇੰਟ ਹੈ ਉਹ ਸੁਣਾਂਗੇ। ਠੀਕ ਹੈ, ਇਸ ਕਰਕੇ ਕੋਈ ਗੱਲ ਨਹੀਂ, ਪਰਿਵਾਰਕ ਮਸਲਾ ਪਾਰਟੀ ਦਾ
ਆਪਣਾ ਮਸਲਾ ਹੁੰਦਾ, ਬੈਠ ਕੇ ਕਿਤੇ ਵੀ ਕੋਈ ਗੱਲ ਹੁੰਦੀ ਹੈ ਜੀ ਉਹਨੂੰ ਬੈਠ ਕੇ ਗੱਲਬਾਤ ਕਰਕੇ ਸਾਰਟ ਆਊਟ ਕੀਤਾ ਜਾਂਦਾ। ਇਸ ਕਰਕੇ ਅਸੀਂ ਮਿਲਾਂਗੇ ਔਰ ਮੈਂ ਜਿਹੜੀ ਹੈ ਕੋਈ ਨਵੀਂ ਗੱਲ ਨਹੀਂ, ਬੀਬੀ ਜੀ ਸਾਡੇ ਵਾਸਤੇ ਉੱਪਰੇ ਨਹੀਂ, ਅਸੀਂ ਉਹਨਾਂ ਵਾਸਤੇ ਉੱਪਰੇ ਨਹੀਂ। ਲੇਕਿਨ ਜਦੋਂ ਇਸ ਕਿਸਮ ਦੇ ਬਿਆਨ ਆ ਜਾਂਦੇ ਨੇ ਤਾਂ ਉਦੋਂ ਵਿਰੋਧੀਆਂ ਨੂੰ ਵੀ ਮੌਕਾ ਮਿਲ ਜਾਂਦਾ ਹੈ, ਕਿਉਂਕਿ ਇਸ ਕਿਸਮ ਦੇ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਨੇ, ਲੇਕਿਨ ਹੁਣ ਉਹ ਸ਼ਖਸ ਇਸ ਕਿਸਮ ਦੇ ਬਿਆਨ ਦੇ ਰਿਹਾ ਹੈ ਜੋ ਖੁਦ 4 ਵਾਰ ਪ੍ਰਧਾਨ ਰਹਿ ਚੁੱਕਿਆ ਹੈ। ਚਲੋ ਵੈਸੇ ਚੰਗੀ ਗੱਲ ਤੇ ਹੁੰਦੀ ਹੈ ਕਿ ਬਿਆਨ ਨਾ ਹੋਣ, ਪਰ ਰਾਜਨੀਤੀ ਦੇ ਵਿੱਚ ਕਈ ਵਾਰੀ ਹੋ ਜਾਂਦਾ। ਇਸ ਕਰਕੇ ਪਾਰਟੀਆਂ ਹਮੇਸ਼ਾ ਸਹਿਜ ਨਾਲ ਇਹਨਾਂ ਚੀਜ਼ਾਂ ਨੂੰ ਲੈਂਦੀਆਂ ਨੇ। ਚੰਗੀ ਗੱਲ ਤੇ ਇਹੀ ਹੁੰਦੀ ਹੈ ਕਿ ਨਾ ਹੋਣ, ਪਰ ਇਹ ਕਦੇ ਵੀ ਨਹੀਂ ਹੁੰਦਾ, ਬਹੁਤ ਵਾਰੀ ਪਾਰਟੀਆਂ ਦੇ ਵਿੱਚ ਹੋ ਜਾਂਦਾ। ਇਸ ਕਰਕੇ ਪਾਰਟੀਆਂ ਸਹਿਜ ਦੇ ਨਾਲ ਡਿਸਕਸ਼ਨ ਦੇ ਨਾਲ ਬੈਠ ਕੇ, ਕਿਉਂਕਿ ਜਿਹੜੀਆਂ ਚੀਜ਼ਾਂ ਸਾਰਟ ਆਊਟ ਹੋ ਜਾਂਦੀਆਂ, ਔਰ ਮੈਨੂੰ ਉਮੀਦ ਹੈ ਕਿ ਅਸੀਂ ਬੈਠਾਂਗੇ ਤੇ ਕੋਈ ਨਾ ਕੋਈ ਹੱਲ ਦਾ ਜੀ। ਇੱਕ ਆਖਰੀ ਸਵਾਲ ਡਾਕਟਰ ਚੀਮਾ ਕਿ ਜੋ ਚੀਜ਼ਾਂ ਦਾ ਜ਼ਿਕਰ ਬੀਬੀ ਜਗੀਰ ਕੌਰ ਨੇ ਕੀਤਾ ਕਿ ਇਹ ਭਾਵਨਾ ਹੈ ਲੋਕਾਂ ਦੇ ਮਨਾਂ 'ਚ ਕਿ ਲਿਫਾਫੇ 'ਚੋਂ ਪ੍ਰਧਾਨ ਨਿਕਲਦਾ ਹੈ, ਚਰਚਾ ਬਹੁਤ ਵਾਰ ਹੋ ਚੁੱਕੀ ਹੈ, ਕੀ ਕੋਈ ਪ੍ਰੋਸੈਸ ਬਦਲਿਆ ਜਾਣਾ ਹੈ ਇਸ ਵਾਰ? ਇਹ ਪ੍ਰੋਸੈਸ ਪਹਿਲਾਂ ਵੀ ਪੂਰੀ ਤਰ੍ਹਾਂ ਡੈਮੋਕ੍ਰੈਟਿਕ ਹੈ ਜੀ। ਇੱਕੋ ਲਫ਼ਜ਼ ਬਣ ਗਿਆ ਲਿਫਾਫਾ। ਸਾਰੀਆਂ ਜਿੰਨੀਆਂ ਡੈਮੋਕ੍ਰੈਟਿਕ ਸੰਸਥਾਵਾਂ ਹੁੰਦੀਆਂ ਨੇ, ਜਦੋਂ ਵੀ ਉਹਨਾਂ ਦੀ ਐਨੂਅਲ ਚੋਣ ਹੁੰਦੀ ਹੈ, ਕੁਦਰਤੀ ਗੱਲ ਹੈ ਉੱਥੇ 2 ਧੜੇ 3 ਧੜੇ ਹੁੰਦੇ ਆ, ਤੇ ਹਰ ਗਰੁੱਪ ਜਿਹੜਾ ਉਹ ਆਪਣੀ ਸਟ੍ਰੈਟਜੀ ਜਿਹੜੀ ਹੈ ਆਪਣੇ ਮੈਂਬਰਾਂ ਨਾਲ ਤੈਅ ਕਰਕੇ ਤੇ ਫਿਰ ਉਹ ਇਲੈਕਸ਼ਨ ਦੇ ਵਾਸਤੇ ਹਾਊਸ ਦੇ ਵਿੱਚ ਜਾਂਦਾ ਜੀ। ਕਿਉਂਕਿ ਅੰਦਰ ਹਾਊਸ ਦੇ ਵਿੱਚ ਪ੍ਰੋਪਰ ਇਲੈਕਸ਼ਨ ਹੋਣੀ ਹੁੰਦੀ ਹੈ। ਉਹਦੇ ਆਪਣੀ ਸਟ੍ਰੈਟਜੀ ਤੁਹਾਡੀ ਪਾਰਟੀ ਦੀ ਕੀ ਹੋਊਗੀ, ਕਿਹੜਾ ਬੰਦਾ ਪ੍ਰਧਾਨਗੀ ਤੇ ਖੜੇਗਾ, ਕਿਹੜਾ ਸੀਨੀਅਰ ਵਿਚ ਪ੍ਰਧਾਨ ਖੜੇਗਾ, ਐਗਜ਼ੈਕਟਿਵ ਦੇ ਮੈਂਬਰ ਕਿਹੜੇ ਕਰਨਗੇ, ਕੌਣ ਪ੍ਰਪੋਜ਼ ਕਰੇਗਾ। 15 ਜਿਹੜੇ ਆ ਅੰਦਰ ਜਾ ਕੇ 15 ਵੱਖ-ਵੱਖ ਚੀਜ਼ਾਂ ਦੀ ਚੋਣ ਹੋਣੀ ਹੁੰਦੀ ਹੈ। ਇਸ ਕਰਕੇ ਹੁਣ 125 ਮੈਂਬਰ ਸਾਡਾ ਅੱਜ ਦੀ ਡੇਟ ਦੇ ਵਿੱਚ ਵੀ ਆਪਣੇ ਆਪ ਫੈਸਲਾ ਮੈਂਬਰ ਨਹੀਂ ਕਰ ਸਕਦੇ ਕਿ ਕੌਣ ਮੈਂਬਰ ਬਣੇਗਾ, ਕੌਣ ਨਹੀਂ ਬਣੇਗਾ। ਇਸੇ ਕਰਕੇ ਪਾਰਟੀ ਸਾਰਿਆਂ ਦੀ ਰਾਏ ਲੈਂਦੀ ਹੈ। ਪਾਰਟੀ ਰਾਏ ਲੈ ਕੇ ਤੇ ਇੱਕ ਆਪਣੀ ਜਿਹੜੀ ਹੈ ਸਟ੍ਰੈਟਜੀ ਤਿਆਰ ਕਰਦੀ ਹੈ। ਉਹ ਸਟ੍ਰੈਟਜੀ ਨੂੰ ਫਿਰ ਦੂਜੇ ਜਿਹੜੇ ਗਰੁੱਪ ਹੁੰਦੇ ਆ ਉਹਦੇ ਨਾਲ ਉਹਨਾਂ ਦਾ ਕੰਪੀਟੀਸ਼ਨ ਹੁੰਦਾ। ਉੱਥੇ ਤੁਸੀਂ ਆਪਣੀ ਸਟ੍ਰੈਟਜੀ ਨੂੰ ਸੀਕ੍ਰੇਟ ਰੱਖ ਕੇ ਤੇ ਉੱਥੇ ਆਪਣੀ ਕਾਮਯਾਬੀ ਕਰਦੇ ਹੋ ਜੀ। ਇਸ ਕਰਕੇ ਉਹ ਸਿਰਫ ਜਿਹੜੀ ਹੈ ਆਪਣੇ ਸਾਡੇ ਪਾਰਟੀ ਦੇ ਮੈਂਬਰ ਦੀ ਰਾਏ ਹੁੰਦੀ ਹੈ। ਜੇ ਉਹ ਰਾਏ ਨਾ ਹੋਵੇ ਤੇ ਫਿਰ ਅੰਦਰ ਜਾ ਕੇ ਫੇਲ ਹੋ ਸਕਦੀ ਹੈ। ਜੇ ਕੋਈ ਪਾਰਟੀ ਜਿਹੜੀ ਹੈ ਵਰਕਰ ਉਹਦੀ ਮੈਂਬਰ ਦੀ ਭਾਵਨਾ ਤੋਂ ਹਟ ਕੇ ਫੈਸਲਾ ਕਰੇਗੀ, ਅੰਦਰ ਜਾ ਕੇ ਸੀਕ੍ਰੇਟ ਵੋਟਿੰਗ ਹੋਣੀ ਹੈ। ਉੱਥੇ ਕੋਈ ਪ੍ਰੂਫ ਨਹੀਂ ਹੈ ਕਿ ਕੌਣ ਕਿਹਨੂੰ ਵੋਟ ਪਾ ਰਿਹਾ ਹੈ। ਇਸ ਕਰਕੇ ਜੋ ਪਾਰਟੀ ਦੀ ਜਿਹੜੀ ਹੈ ਵਰਕਰ ਦੀ ਰਾਏ ਹੁੰਦੀ ਹੈ ਉਹਦੇ ਮੁਤਾਬਕ ਹੀ ਪਾਰਟੀ ਦੀ ਸਟ੍ਰੈਟਜੀ ਬਣੀ ਹੁੰਦੀ ਹੈ। ਇਸੇ ਕਰਕੇ ਕਦੀ ਫੇਲ ਨਹੀਂ ਹੁੰਦੀ। ਤੇ ਜਿਹਨੂੰ ਪ੍ਰਧਾਨ ਖੜਾ ਕੀਤਾ ਜਾਂਦਾ ਉਹਨੂੰ ਪੂਰੀਆਂ ਵੋਟਾਂ ਪੈਂਦੀਆਂ, ਜਿਹਨੂੰ ਸੀਨੀਅਰ ਮੀਤ ਪ੍ਰਧਾਨ ਖੜਾ ਕੀਤਾ ਜਾਂਦਾ ਉਹਨੂੰ ਵੀ ਪੂਰੀਆਂ ਸਾਡੀਆਂ ਵੋਟਾਂ ਪੈਂਦੀਆਂ, ਜਿਹੜੇ 11 ਮੈਂਬਰ ਬਣਦੇ ਆ ਉਹਨਾਂ ਨੂੰ ਵੀ ਪੂਰੀਆਂ ਵੋਟਾਂ ਪੈਂਦੀਆਂ। ਪਰ ਇਹ ਕੌਣ ਪ੍ਰਪੋਜ਼ ਕਰੂਗਾ, ਕਿਹਨੂੰ ਪ੍ਰਪੋਜ਼ ਕਰੂਗਾ, ਜੇ ਉੱਥੇ ਅੰਦਰ ਵੋਟਿੰਗ ਹੁੰਦੀ ਹੈ 11 ਮੈਂਬਰਾਂ ਦੀ, ਕਿਹੜੇ ਮੈਂਬਰ ਕਿਹੜੇ ਆਪਣੇ ਬੰਦੇ ਨੂੰ ਵੋਟ ਕਰਨਗੇ, ਇਹਦੀ ਇੱਕ ਪਲੈਨਿੰਗ ਬਣਾਉਣੀ ਪੈਂਦੀ ਹੈ। ਕਿਉਂਕਿ ਆਪਣੇ ਆਪ ਹੁਣ ਇੱਕ ਨੂੰ ਤਾਂ 30 ਬੰਦੇ ਵੋਟ ਪਾ ਦੇਣਗੇ, ਦੂਜਾ ਐਗਜ਼ੈਕਟਿਵ ਮੈਂਬਰ ਸਾਡਾ 5 ਵੋਟਾਂ ਲੈ ਕੇ ਹਾਰ ਜਾਏਗਾ, ਉਹਨੂੰ 15 ਚਾਹੀਦੀਆਂ, 15 ਹੀ ਪੈਣਗੀਆਂ, ਦੂਜੇ ਨੂੰ ਵੀ 15 ਹੀ ਪੈਣਗੀਆਂ। ਇਹ ਸਟ੍ਰੈਟਜੀ ਪਾਰਟੀ ਹਮੇਸ਼ਾ ਫਾਈਨਲ ਕਰਦੀ ਹੈ। ਗਰੁੱਪ ਬਣਾਏ ਜਾਂਦੇ ਆ ਮੈਂਬਰਾਂ ਦੇ ਕਿ ਤੁਹਾਡਾ ਮੈਂਬਰ ਦੀ ਜ਼ਰੂਰਤ ਪਏਗੀ ਤਾਂ ਆਹ ਫੀਲਡ ਹੋਏਗਾ, ਇਹ ਪ੍ਰਪੋਜ਼ ਕਰੇਗਾ, ਸੈਕੰਡ ਕਰੇਗਾ, ਆਹ ਮੈਂਬਰ ਇਹਨੂੰ ਵੋਟ ਕਰਨਗੇ, ਆਹ ਦੂਜੇ ਇਹਨੂੰ ਵੋਟ ਕਰਨਗੇ। ਇਸ ਕਰਕੇ ਇਹ ਚੀਜ਼ਾਂ ਬੜੀਆਂ ਜਿਹੜੀਆਂ ਨੇ, ਜਿਹੜੀਆਂ ਇਲੈਕਸ਼ਨ ਦਾ ਮਾਮਲਾ ਹੁੰਦਾ, ਸੈਂਸਿਟਿਵ ਮਾਮਲਾ ਹੁੰਦਾ, ਪਾਰਟੀ ਦੀ ਪ੍ਰੈਸਟੀਜ ਇਨਵੋਲਵ ਹੁੰਦੀ। ਉਹ ਸਾਰੇ ਮੈਂਬਰ ਜਿਹੜੇ ਪਾਰਟੀਆਂ ਦੇ ਸਿੰਬਲ ਦੇ ਉੱਤੇ ਇਲੈਕਟ ਹੋ ਕੇ ਜਾਂਦੇ ਆ, ਉਹਦਾ ਕਾਮਯਾਬੀ ਨਾ ਕਾਮਯਾਬੀ ਉਹਦਾ ਅਸਰ ਪਾਰਟੀ ਤੇ ਪੈਂਦਾ ਜੀ। ਇਸ ਕਰਕੇ ਚੀਜ਼ਾਂ ਇਹ ਜਿਹੜੀਆਂ ਪਾਰਟੀਆਂ ਸਿਆਣਪ ਦੇ ਨਾਲ, ਆਪਣੇ ਤਜਰਬੇ ਦੇ ਨਾਲ, ਆਪਣੇ ਮੈਂਬਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਰਦੀਆਂ ਨੇ। ਉਹਨੂੰ ਹੁਣ ਕੋਈ ਲਿਫਾਫੇ ਦਾ ਨਾਂ ਦੇ ਦੇਵੇ, ਕੋਈ ਦੂਜਾ ਨਾਂ ਦੇ ਦੇਵੇ, ਉਹ ਆਪਣੀ ਸਾਰੀਆਂ ਪਾਰਟੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਅਸੈਂਬਲੀਆਂ 'ਚ ਹੁੰਦਾ, ਇਸੇ ਤਰ੍ਹਾਂ ਪਾਰਲੀਮੈਂਟ 'ਚ ਹੁੰਦਾ ਜੀ। ਕਿਉਂਕਿ ਪਾਰਟੀਆਂ ਦੇ ਸਿੰਬਲ ਤੇ ਜਦੋਂ ਮੈਂਬਰ ਲੜਦੇ ਆ ਤਾਂ ਪ੍ਰੈਸਟੀਜ ਪਾਰਟੀ ਦੀ ਮਾਰ, ਸਟ੍ਰੈਟਜੀ ਪਾਰਟੀ ਦੀ ਉੱਥੇ ਤੈਅ ਹੁੰਦੀ। ਰਾਏ ਜਿਹੜੀ ਹੈ, ਜਿਹੜੇ ਚੁਣੇ ਹੋਏ ਮੈਂਬਰ ਹੈ, ਉਹਨਾਂ ਤੋਂ 1% ਅੱਗੇ ਪਿੱਛੇ ਪਾਰਟੀ ਕਦੀ ਨਹੀਂ ਜਾਂਦੀ, ਕਿਉਂਕਿ ਅੰਦਰ ਜਾ ਕੇ ਫਿਰ ਵੋਟਿੰਗ ਹੋਣੀ ਹੁੰਦੀ ਜੀ। ਅੰਦਰ ਪਾਰਟੀ ਦੇ ਪ੍ਰਧਾਨ ਨਹੀਂ ਜਾਂਦੇ, ਅੰਦਰ ਪਾਰਟੀ ਦੇ ਜਨਰਲ ਸਕੱਤਰ ਨਹੀਂ ਜਾਂਦੇ, ਅੰਦਰ ਪਾਰਟੀ ਦੇ ਸੈਕਟਰੀ ਨਹੀਂ ਜਾਂਦੇ, ਅੰਦਰ ਸਿਰਫ ਚੁਣੇ ਹੋਏ ਮੈਂਬਰ ਹੀ ਜਾਂਦੇ ਆ। ਲੇਕਿਨ ਉਹਨਾਂ ਨੂੰ ਕਲੈਰਿਟੀ ਹੁੰਦੀ ਹੈ ਕਿ ਜਿਹੜੀ ਹੈ ਸਾਡੀ ਸਟ੍ਰੈਟਜੀ ਕੀ ਹੈ, ਉਹਦੇ ਮੁਤਾਬਕ ਉਹ ਪਾਰਟੀ ਡਿਸਪਲਿਨ 'ਚ ਰਹਿੰਦੇ ਸਾਰੇ ਕੰਮ ਕਰਦੇ ਆ। ਤਾਂ ਮੈਂਬਰਾਂ ਦੀ ਰਾਏ ਦੇ ਨਾਲ ਹੀ ਜਿਹੜਾ ਹੈ ਉਹ ਫੈਸਲੇ ਲਏ ਜਾਂਦੇ ਨੇ, ਤੁਸੀਂ ਇਹ ਕਹਿ ਰਹੇ ਹੋ? ਨਹੀਂ, ਜੇ ਅਸੀਂ ਰਾਏ ਨਾ ਮੈਂਬਰਾਂ ਦੀ ਮੰਨਾਂਗੇ ਤੇ ਮੈਂਬਰ ਚੁੱਪ ਕਰਕੇ ਅੰਦਰ ਜਾ ਕੇ ਦੂਜੇ ਪਾਸੇ ਵੋਟ ਪਾ ਦੇਣਗੇ।
ਸਾਨੂੰ ਤਾਂ ਆ ਕੇ ਬਾਹਰ ਫਿਰ ਕਹਿ ਦੇਣਗੇ ਕਿ ਮੈਂ ਤਾਂ ਪਾਰਟੀ ਦੀ ਪਤਾ ਨਹੀਂ ਕਿੰਨੇ ਨਹੀਂ ਪਾਈ। ਇਸ ਕਰਕੇ ਜੇ ਵੋਟ ਖਿਲਾਫ ਨਹੀਂ ਪੈਂਦੀ, ਇਸੇ ਕਰਕੇ ਨਹੀਂ ਪੈਂਦੀ ਕਿ ਜੋ ਮੈਂਬਰ ਚਾਹੁੰਦੇ ਹੁੰਦੇ ਆ ਉਹੀ ਫੈਸਲਾ ਹੋਇਆ ਹੁੰਦਾ। ਜੀ ਚਲੋ ਸ਼ੁਕਰੀਆ ਡਾਕਟਰ ਚੀਮਾ ਸਾਡੇ ਨਾਲ ਜੁੜਨ ਦੇ ਲਈ। ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਉਹਨਾਂ ਦਾ ਕਹਿਣਾ ਹੈ ਕਿ ਮੈਂਬਰਾਂ ਦੀ ਸਹਿਮਤੀ ਦੇ ਨਾਲ ਹੀ ਫੈਸਲਾ ਹੁੰਦਾ ਹੈ ਕਿ ਕੌਣ ਚੋਣ ਲੜੇਗਾ, ਕਿਸ ਨੂੰ ਵੋਟਾਂ ਪਾਈਆਂ ਜਾਣੀਆਂ ਨੇ ਜਦੋਂ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਨੇ। ਲੇਕਿਨ ਉਹਨਾਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਗਿਲੇ ਸ਼ਿਕਵੇ ਜੋ ਵੀ ਨੇ ਉਹਨਾਂ ਦੇ ਨਾਲ ਬੈਠ ਕੇ ਦੂਰ ਕੀਤੇ ਜਾਣਗੇ। ਬੀਬੀ ਜਗੀਰ ਕੌਰ ਦੇ ਘਰ ਅੱਜ ਜਾਣਗੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰਖੜਾ। ਬੀਬੀ ਜਗੀਰ ਕੌਰ ਦੇ ਹੁਣ ਤੱਕ ਬਿਆਨ ਆ ਚੁੱਕੇ ਨੇ ਕਿ ਮੈਂ ਵੀ 4 ਵਾਰ ਪ੍ਰਧਾਨ ਬਣੀ ਆ ਤੇ ਮੈਨੂੰ ਵੀ ਮੌਕੇ ਤੇ ਹੀ ਪਤਾ ਲੱਗਦਾ ਸੀ। ਲਿਫਾਫਾ ਕਲਚਰ ਨੂੰ ਲੈ ਕੇ ਵੀ ਉਹਨਾਂ ਦਾ ਬਿਆਨ ਆਇਆ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਵਸ ਗਈ ਹੈ ਕਿ ਲਿਫਾਫਾ ਕਲਚਰ ਹੈ, ਲਿਫਾਫੇ ਚੋਂ ਪ੍ਰਧਾਨ ਨਿਕਲਦਾ ਹੈ, ਇਹ ਚੀਜ਼ਾਂ ਟੁੱਟਣੀਆਂ ਚਾਹੀਦੀਆਂ ਨੇ। ਸੁਰਜੀਤ ਸਿੰਘ ਰਖੜਾ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ। ਰਖੜਾ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਧੰਨਵਾਦ ਜੀ, ਥੈਂਕ ਯੂ ਜੀ। ਡਾਕਟਰ ਚੀਮਾ ਵੀ ਸਾਡੇ ਨਾਲ ਹੁਣੇ ਜੁੜੇ ਸੀ। ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਜਾ ਰਹੇ ਹੋ ਅੱਜ ਬੀਬੀ ਜਗੀਰ ਕੌਰ ਨੂੰ ਮਿਲਣ ਦੇ ਲਈ ਤੇ ਜੋ ਵੀ ਗਿਲੇ ਸ਼ਿਕਵੇ ਨੇ ਉਹਨਾਂ ਦੇ ਨਾਲ ਬੈਠ ਕੇ ਦੂਰ ਹੋਣਗੇ ਨਾ। ਬਿਆਨਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਉਹ ਜਾਵਾਂਗੇ, ਉਹਨਾਂ ਨਾਲ ਗੱਲ ਕਰਾਂਗੇ, ਉਹਨੂੰ ਬੇਨਤੀ ਕਰਾਂਗੇ ਉਹਨਾਂ ਦਾ। ਜੀ ਲੇਕਿਨ ਜੋ ਬਿਆਨ ਉਹਨਾਂ ਦੇ ਹੁਣ ਤੱਕ ਆਏ ਨੇ ਉਹ ਤੁਸੀਂ ਮੰਨਦੇ ਹੋ ਕਿ ਸਹੀ ਨੇ? ਜਿਵੇਂ ਉਹਨਾਂ ਨੇ ਕਿਹਾ ਕਿ ਲਿਫਾਫਾ ਕਲਚਰ ਨੂੰ ਲੈ ਕੇ ਕਈ ਸਾਰੀਆਂ ਧਾਰਨਾਵਾਂ ਲੋਕਾਂ ਦੇ ਵਿੱਚ ਨੇ, ਇਹ ਚੀਜ਼ਾਂ ਟੁੱਟਣੀਆਂ ਚਾਹੀਦੀਆਂ ਨੇ। ਉਹਨਾਂ ਨੇ ਇੱਥੋਂ ਤੱਕ ਕਿਹਾ ਹੈ ਕਿ 4 ਵਾਰ ਮੈਂ ਪ੍ਰਧਾਨ ਬਣੀ ਆ ਤੇ ਮੈਨੂੰ ਵੀ ਮੌਕੇ ਤੇ ਹੀ ਪਤਾ ਲੱਗਿਆ ਸੀ। ਦੇਖੋ ਮੈਨੂੰ ਵੀ ਬਹੁਤਾ ਪਤਾ ਨਹੀਂ ਕਿਉਂਕਿ ਮੈਂ ਇੱਥੇ ਹੈ ਹੀ ਨਹੀਂ ਸੀ ਜੀ। ਮੈਂ ਨਾ ਹੁਣੇ ਯੂਐਸ ਤੋਂ ਆਇਆ ਤੇ ਉਹਦੀ ਸਾਡੀ ਮੀਟਿੰਗ ਸੀਗੀ, ਉਸ ਤੋਂ ਬਾਅਦ ਦੇ ਵਿੱਚ ਚੱਲਿਆ ਜੇ ਕੀ ਕਿਹਾ ਉਹਨਾਂ ਨੇ ਕਿ ਮੈਨੂੰ ਬਹੁਤਾ ਉਹਨਾਂ ਦੇ ਬਿਆਨਾਂ ਬਾਰੇ ਬਹੁਤਾ ਪਤਾ ਨਹੀਂ। ਜੋ ਵੀ ਦੇਖੋ ਸਾਡੇ ਬਹੁਤ ਸਤਿਕਾਰਯੋਗ ਨੇ, ਬਹੁਤ ਸੀਨੀਅਰ ਮੈਂਬਰ ਨੇ, ਸਾ ਪ੍ਰਕਾਸ਼ ਸਿੰਘ ਬਾਦਲ ਦੇ, ਸਾ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ, ਸਾਰੇ ਤੋਂ ਵੱਧ ਨੇੜਿਆਂ ਚੋਂ ਰਹੇ ਨੇ ਉਹ। ਤੇ ਹੁਣ ਕੀ ਗੱਲ ਹੋਈ ਹੈ ਕੀ ਨਹੀਂ ਹੈ ਉਹਦੇ ਬਾਰੇ ਮੈਨੂੰ ਪਤਾ ਨਹੀਂ। ਅੱਜ ਜਾਵਾਂਗੇ, ਉਹਨਾਂ ਨਾਲ ਗੱਲ ਕਰਾਂਗੇ, ਉਹ ਦੱਸਣਗੇ ਆਪਣੇ ਆਪ ਦੱਸਣਗੇ ਹੋਵੇ। ਲੇਕਿਨ ਸਵਾਲ ਉਹਨਾਂ ਨੇ ਕਈ ਸਾਰੇ ਖੜੇ ਕੀਤੇ ਨੇ ਕਿ ਮੈਂਬਰਾਂ ਦੀ ਸਹਿਮਤੀ ਦੇ ਨਾਲ ਹੀ ਫੈਸਲੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੈਂਬਰਾਂ ਦੀ ਰਾਏ ਲੈ ਲਈ ਜਾਂਦੀ ਹੈ ਲੇਕਿਨ ਫਿਰ ਅਧਿਕਾਰ ਉਹਨਾਂ ਤੋਂ ਲੈ ਲਏ ਜਾਂਦੇ ਨੇ ਜਦੋਂ ਫੈਸਲਾ ਹੁੰਦਾ। ਅਧਿਕਾਰ ਤਾਂ ਦਿੰਦੇ ਨੇ ਮੈਂਬਰ, ਅਧਿਕਾਰ ਤਾਂ ਦਿੰਦੇ ਨੇ ਨਾ। ਇਹ ਤਾਂ ਜੇ ਮੈਂ ਕੋਈ ਤੁਹਾਨੂੰ ਅਧਿਕਾਰ ਦੇਣਾ ਹੋਵੇ ਤਾਂ ਮੈਂ ਤੁਹਾਨੂੰ ਅਧਿਕਾਰ ਦਿੰਦਾ ਤਾਂ ਹੀ ਤੁਸੀਂ ਫੋਰਸਫੁਲ ਤਾਂ ਮੇਰੇ ਤੋਂ ਲੈ ਨਹੀਂ ਸਕਦੇ ਅਧਿਕਾਰ। ਜੀ